मैं हाँ जतिंदर कुंडल। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ 'ਚ, ਜਿੱਥੋਂ ਦਾ ਇੱਕ ਸ਼ਖਸ ਆ ਜਿਸ ਨੇ ਸਾਰੀ ਉਮਰ ਡਰਾਈਵਰੀ ਕੀਤੀ ਹੈ ਤੇ ਡਰਾਈਵਰੀ ਕਰਨ ਤੋਂ ਬਾਅਦ ਕੌਂਸਲਰਾਂ ਦੇ ਉਮੀਦਵਾਰ ਨਿਯੁਕਤ ਕੀਤਾ ਜਾਂਦਾ ਵਾ। ਇਲਾਕਾ ਵਾਸੀਆਂ ਕੋ, ਵਾਰਡ ਵਾਸੀਆਂ ਕੋ ਇੱਕ ਉਮੀਦਵਾਰ ਚੁਣਿਆ ਜਾਂਦਾ ਉਹਨਾਂ ਵੱਲੋਂ, ਸਰਦੂਲ ਸਿੰਘ, ਜਿਸ ਨੇ ਇੱਕ ਕਮਾਲ ਕਰਕੇ ਵਿਖਾ ਦਿੱਤੀ ਉਸ ਇਲਾਕੇ ਦੇ ਲੋਕਾਂ ਨੇ ਅਤੇ ਉਸ ਸ਼ਖਸ ਨੇ, ਸਰਦੂਲ ਸਿੰਘ ਨੇ। ਉਸ ਨੂੰ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਗਈ, ਪਰ ਉਸ ਸਰਦੂਲ ਸਿੰਘ ਨੇ ਅੱਜ ਵੀ ਆਪਣਾ ਜਿਹੜਾ ਪੁਰਾਣਾ ਸਮਾਂ ਹੈ ਉਸ ਨੂੰ ਨਹੀਂ ਭੁੱਲਿਆ ਅਤੇ ਉਸ ਸਮੇਂ ਨੂੰ ਉਸੇ ਤਰ੍ਹਾਂ ਹੀ ਨਾਲ ਲੀਹ 'ਤੇ ਚਲਾਈ ਰੱਖਿਆ। ਕਹਿਣ ਤੋਂ ਭਾਵ ਸਰਦੂਲ ਸਿੰਘ ਪਹਿਲਾਂ ਕਰਦੇ ਸੀ, ਟੈਕਸੀ ਡਰਾਈਵਰ ਸੀ। ਆਪਣੀ ਟੈਕਸੀ ਥੋੜ੍ਹੀ ਦੇਰ ਰਹੀ, ਘਾਟਾ ਪੈ ਜਾਂਦਾ, ਟੈਕਸੀ ਵੇਚ ਦਿੰਦੇ ਆ। ਫਿਰ ਲੋਕਾਂ ਦੇ ਨਾਲ ਕਿਰਾਏ ਦੇ ਉੱਤੇ ਜਾਂਦੇ ਨੇ, ਕਿਸੇ ਕੋ 500 ਤੇ ਕਿਸੇ ਕੋ 400 ਰੁਪਈਆ ਲੈ ਕੇ ਉਸ ਦਿਹਾੜੀ ਤੇ ਜਾਂਦੇ ਨੇ, ਟੈਕਸੀ ਚਲਾਉਂਦੇ ਨੇ। ਉਸ ਦੇ ਘਰ ਦੇ ਹਾਲਾਤ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਾਂ। ਉਸ ਕਾਉਂਸਲਰ ਦੇ ਘਰ ਦੇ ਹਾਲਾਤ ਤੁਸੀਂ ਦੇਖੋ ਕਿ ਉੱਪਰ ਟੀਨਾਂ ਪਈਆਂ ਵਾ, ਚਾਦਰਾਂ ਪਾਈਆਂ ਸਿਮਟ ਦੀਆਂ ਉੱਪਰ, ਨਾ ਕਿ ਉਹਦੇ ਉੱਤੇ ਕੋਈ ਲੈਂਟਰ ਆ ਜਾਂ ਕੋਈ ਕੁਛ ਆ। ਇਹ ਵਾਸ਼ਰੂਮ ਦੇ ਹਾਲਾਤ ਨੇ। ਤੇ ਘਰ ਦੀ ਜੇ ਗੱਲ ਕਰੀਏ ਘਰ ਦੇ ਪੱਖੋਂ, ਘਰ ਦੀਆਂ ਛੱਤਾਂ ਬਾਲਿਆਂ ਵਾਲੀਆਂ ਵਾ, ਉਹ ਬਾਲੇ ਵੀ ਲਿਫ ਗਏ ਨੇ। ਬਾਲੇ ਵੀ ਪਤਾ ਨਹੀਂ ਕਦੋਂ ਸਰਦੂਲ ਹੋਣਾ ਦੇ ਉੱਤੇ ਆਏ ਨੇ, ਪਰ ਆਪਣਾ ਜਿਹੜਾ ਪੁਰਾਣਾ ਸਮਾਂ ਨਾ ਉਸ ਨੂੰ ਨਹੀਂ ਭੁੱਲਿਆ। ਚਾਹੀਦਾ ਵੀ ਇੱਦਾਂ ਵਾ, ਜਦੋਂ ਜ਼ਿਆਦਾਤਰ ਦੇਖਣ ਨੂੰ ਮਿਲਦਾ ਵਾ, ਜਦੋਂ ਕੋਈ ਸੱਤਾ ਦੇ ਵਿੱਚ ਆਉਂਦਾ ਵਾ, ਜਦੋਂ ਕੁਰਸੀ ਦੀ ਚਾਹਤ ਉਸ ਨੂੰ ਉਸ ਮੁਕਾਮ ਤੱਕ ਪਹੁੰਚਾ ਦਿੰਦੀ ਏ, ਕੁਰਸੀ ਉਸ ਨੂੰ ਹਾਸਲ ਕਰਵਾ ਦਿੰਦੀ ਏ ਅਤੇ ਉਹ ਆਪਣਾ ਨਾਲ ਵਕਤ ਪੁਰਾਣਾ ਭੁੱਲ ਜਾਂਦੇ ਨੇ। ਅਤੇ ਫਿਰ ਕੀ, ਫਿਰ ਬਸ ਉਹ ਜੋ ਅਸੀਂ ਵੇਖਦੇ ਆ ਰਹੇ ਹਾਂ ਸਰਕਾਰੀ ਦਰਬਾਰੇ ਜੋ ਹੋ ਰਿਹਾ ਵਾ, ਸਭ ਜਨਤਾ ਜਾਣਦੀ, ਸਭ ਦਰਸ਼ਕ ਜਾਣਦੇ ਨੇ। ਗੱਲਬਾਤ ਕਰਦੇ ਆ ਸਰਦੂਲ ਸਿੰਘ ਹੋਣਾ ਨਾਲ, ਉਹਨਾਂ ਦੇ ਗ੍ਰਹਿ ਨਿਵਾਸ ਤੇ ਆਏ ਆ। ਅੱਜ ਉਹਨਾਂ ਦੇ ਘਰ ਤੇ ਵੀ ਝਾਤ ਮਰਵਾਉਂਦੇ ਆ ਤੁਹਾਨੂੰ ਕਿ ਘਰ ਦੇ ਹਾਲਾਤ ਕਿੱਦਾਂ ਦੇ ਨੇ। ਬਾਥਰੂਮ ਤੁਹਾਨੂੰ ਉਹਨਾਂ ਦੇ ਦਿਖਾਏ ਨੇ ਦੋਨੇ, ਘਰ ਦੇ ਕਮਰੇ ਦੇ ਇੱਕ ਹਾਲਾਤ ਵਿਖਾਵਾਂਗੇ ਤੁਹਾਨੂੰ, ਉਹ ਵੀ ਦਿਖਾਉਂਦੇ ਆ। ਸਰਦੂਲ ਹੋਣਾ ਨਾਲ ਗੱਲ ਕਰ ਲਈਏ ਪਹਿਲਾਂ ਕਿ ਇਹਨਾਂ ਦਾ ਜਿਹੜਾ ਡਰਾਈਵਰੀ ਦਾ ਕਿੱਤਾ ਵਾ ਉਹ ਕਿਸ ਤਰ੍ਹਾਂ ਦਾ ਰਿਹਾ, ਇਹਨਾਂ ਦਾ ਸਫ਼ਰ ਜਿਹੜਾ ਡਰਾਈਵਰੀ ਦੇ ਜਿਸ ਟਾਈਮ ਕਰਦੇ ਸੀ, ਅੱਜ ਤੁਸੀਂ ਕਾਉਂਸਲਰ ਬਣ ਗਏ ਹੋ, ਕਿੰਨਾ ਕੁ ਫਰਕ ਰਿਹਾ ਦੋਨਾਂ ਦੇ ਵਿੱਚ? ਸਭ ਤੋਂ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਡੇ ਚੈਨਲ ਦਾ ਧੰਨਵਾਦ, ਤੁਹਾਡਾ ਵੀ ਧੰਨਵਾਦ ਕਿ ਨਮਾਣਿਆਂ ਦੇ ਗ੍ਰਹਿ ਵੇਖੇ ਆਏ ਹੋ। ਔਰ ਇਸ ਵਕਤ ਇੱਕ ਹੋਰ ਖੁਸ਼ੀ ਵਾਲੀ ਗੱਲ ਹੋਈ ਹੈ ਕਿ ਮੇਰੇ ਗੁਰੂ ਜੀ ਵੀ, ਇਹ ਮੇਰੇ ਮਿੱਤਰ ਵੀ, ਗੁਰੂ ਜੀ ਵੀ, ਇਹਨਾਂ ਦੀ ਪਦਵੀ ਮੇਰੇ ਨਾਲ ਬਹੁਤ ਉੱਚੀ ਹੈ। ਮੈਨੂੰ ਗੋਡੀਆਂ ਹੱਥ ਲਾਉਣਾ ਪੈਂਦਾ। ਉਹਨਾਂ ਬੁੱਢਾ ਮੈਂ ਵਾਂ, ਉਹਨੇ ਇਹ ਨੇ, ਇਹ ਵੀ ਬੈਠੇ ਨੇ। ਅਸੀਂ ਨਾ ਇਕੱਠਾ ਹੀ, ਜਿਸ ਤਰ੍ਹਾਂ ਅਰਜਨ ਸਿੰਘ ਭਾਜੀ ਨੇ ਦੱਸਿਆ ਵੀ ਡਰਾਈਵਰਿੰਗ ਕਰਦੇ ਰਹੇ ਹਾਂ, ਇਹਨਾਂ ਦੇ ਹੱਥਾਂ ਦਾ ਸਾਜਿਆ ਮੈਂ। ਔਰ ਇਮਾਨਦਾਰੀ ਨਾਲ ਹੀ ਸਾਰਾ ਸਫ਼ਰ ਕੱਢਿਆ। ਮੈਂ ਅੱਗੇ ਬੇਨਤੀ ਕੀਤੀ ਨਾ ਕਿ ਬੰਦਾ ਪਵਿੱਤਰ ਨਹੀਂ ਹੋ ਸਕਦਾ, ਗਲਤੀਆਂ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਹੋ ਜਾਂਦੀਆਂ। ਬਾਕੀ ਇਹ ਵੀ ਰੱਬ ਦੀ ਕਿਰਪਾ, ਉਹਨੇ ਆਪਣੇ ਹੱਥਾਂ 'ਚ ਰੱਖਿਆ। ਇਹਨਾਂ ਦਾ ਵੀ ਸਹਿਯੋਗ ਪਹਿਲਾਂ ਵੀ ਮਿਲਦਾ ਰਿਹਾ ਔਰ ਹੁਣ ਤੇ ਤੁਹਾਨੂੰ ਪਤਾ ਹੀ ਹੈ ਵੀ ਗੱਲ ਹੀ ਕੁਛ ਅਲੱਗ ਹੋ ਗਈ ਹੈ। ਸਰਦੂਲ ਜੀ, ਜਦੋਂ ਤੁਸੀਂ ਡਰਾਈਵਰੀ ਕਰਦੇ ਸੀ ਇਸ ਕਾਉਂਸਲਰ ਬਣਨ ਤੋਂ ਪਹਿਲਾਂ ਕਿੰਨੇ ਕੁ ਪੈਸੇ ਉਦੋਂ ਬਣ ਜਾਂਦੇ ਸੀ? ਹੁਣ ਤਾਂ ਚਲੋ ਪਰਮਾਤਮਾ ਦੀ ਕਿਰਪਾ ਵਾ, ਤਨਖਾਹ ਵੀ ਵੱਜੀ ਆਣੀ ਘਰ, 17-18 ਹਜ਼ਾਰ 20 ਹਜ਼ਾਰ ਰੁਪਈਆ ਘੱਟੋ ਘੱਟ ਤਨਖਾਹ ਵੀ ਕਾਉਂਸਲਰ ਦੀ ਹੈਗੀ ਆ, ਉਹ ਵੀ ਤਨਖਾਹ ਘਰ ਵੱਜੀ ਆਏ ਨਹੀਂ। ਪਰ ਅੱਜ ਤੋਂ ਪਹਿਲਾਂ ਦਾ ਮਾਹੌਲ ਕਿੱਦਾਂ ਦਾ ਸੀ ਜਦੋਂ ਡਰਾਈਵਰੀ ਕਰਦੇ? ਪਹਿਲਾਂ 7-8 ਹਜ਼ਾਰ ਰੁਪਈਆ ਚੱਲ ਜਾਂਦਾ ਸੀ, ਮਤਲਬ ਸਾਰਾ ਸਫ਼ਰ ਕਰਕੇ ਮਹੀਨੇ ਦਾ। ਕਈ ਵਾਰੀ ਘੱਟ ਵੀ ਹੋ ਜਾਂਦਾ ਸੀ, ਕਈ ਵਾਰੀ ਜ਼ਿਆਦਾ ਵੀ ਹੋ ਜਾਂਦਾ ਸੀ। ਮਤਲਬ ਰੇਸ਼ੋ ਇੱਥੇ ਕੀ ਰਹਿੰਦੀ ਸੀ ਅਤੇ ਝਟ ਗੁਜ਼ਾਰਾ ਹੀ ਸੀ, ਉਹਦੇ ਵਿੱਚ ਬੰਦਾ ਕੁਛ ਵੀ ਨਹੀਂ ਕਰ ਸਕਦਾ। ਅਤੇ ਹੁਣ ਇਸ ਸੰਗਤ ਨੇ ਜਿਹੜਾ ਵਾ ਸਾਰਾ ਕਾਰਮਦਾਰ ਆਪਣੇ ਸਿਰ 'ਤੇ ਲੈ ਕੇ ਅਤੇ ਕੌਂਸਲਰ ਬਣਾ ਤਾ। ਸਰਕਾਰ ਨੇ ਤਨਖਾਹ ਮੈਨੂੰ ਤਾਂ ਦਿੱਤੀ ਹੈ ਜਦੋਂ ਇਹਨਾਂ ਨੇ ਮੈਨੂੰ ਮੋਹਰ ਦਿੱਤੀ ਹੈ। ਧੰਨਵਾਦ ਇਹਨਾਂ ਦਾ, ਉਸ ਟੀਮ ਦਾ। ਵਿੱਕੀ ਗਿੱਲ ਜੀ ਇੱਥੇ ਬੈਠੇ ਸਨ, ਉਹਨਾਂ ਦਾ ਵੀ, ਕਿਉਂਕਿ ਟੀਮ ਉਹ ਸਾਰੀ ਜਿਹੜੀ ਨਾ, ਭਾਵੇਂ ਇਸ਼ਾਰਾ ਇਹਨਾਂ ਸਾਰਿਆਂ ਕੋਲ ਉਹ ਲੈਂਦੇ ਸੀ, ਪਰ ਮੁੰਡਿਆਂ ਦੀ ਟੀਮ ਇੱਕ ਅਲੱਗ ਸੀ। ਉਹਦੇ ਵਿੱਚ ਇਹਨਾਂ ਦੇ ਬੇਟੇ ਵੀ ਨੇ। ਸਾਰੀ ਜਿਹੜੀ ਹੈ ਇਹ ਸਭ ਨੇ ਮੇਰੀ ਤਨਖਾਹ ਸਰਕਾਰ ਦੇ ਕੋਲੋਂ ਲਵਾਈ ਹੈ। ਤਨਖਾਹ ਤਾਂ ਮਿਲ ਗਈ, ਪਰ ਸਾਈਕਲ ਅੱਜ ਵੀ ਤੁਹਾਡਾ ਉਹ ਹੀ ਜਦੋਂ ਤੁਸੀਂ ਕਿਸੇ ਦੇ ਘਰ ਜਾਂ ਡਰਾਈਵਰੀ ਕਰਨ ਜਾਂਦੇ ਸੀ, ਉਦੋਂ ਦਿਹਾੜੀ 'ਤੇ ਜਾਂਦੇ ਸੀ, ਜਾਂ ਕਾਰਖਾਨੇ ਵੀ ਤੁਸੀਂ ਦੱਸਿਆ ਕੰਮ ਕਰਦੇ ਸੀ, ਪਰ ਸਾਈਕਲ ਅੱਜ ਵੀ ਉਹੀ ਹੋ? ਸਾਹਿਬ ਜੀ, ਇਹ ਸਾਈਕਲ ਮੇਰੀ ਜਾਨ ਤੇ ਸ਼ਾਨ ਹੈ। ਇੱਕ ਤਾਂ ਮੈਨੂੰ ਬੁੱਢਿਆ ਨਹੀਂ ਹੋਣ ਦਿੰਦਾ, ਦੂਜਾ ਇਹ ਹੈ ਕਿ ਇਹ ਮਦਦ ਬੜੀ ਕਰਦਾ ਆਪਣੇ ਮੈਂ ਸਰੀਰ ਦੇ ਉੱਤੇ
ਸਰੀਰ ਦੇ ਬਲ ਦੇ ਬੂਤੇ ਦੇ ਜਿਹੜਾ ਵਾ ਮੰਨ ਲਓ ਅੱਜ ਮੋਟਰਸਾਈਕਲ ਲੈਂਦੇ ਆ, ਉਹਦੀਆਂ ਕਿਸ਼ਤਾਂ ਦੇਵਾਂਗੇ, ਤੇਲ ਪਾਵਾਂਗੇ, ਉਹ ਸੈਲਰੀ 'ਚੋਂ ਘਟਣਾ, ਕਿਉਂਕਿ ਕਿਤੇ ਠੱਗੀ ਤੇ ਹੈ ਨਹੀਂ। ਉਹ ਜਦੋਂ ਸੈਲਰੀ 'ਚ ਘਟੇਗਾ ਤਾਂ ਉਹ ਵੀਕਨੈਸ ਆਏਗੀ, ਫਿਰ ਲੋਕਾਂ ਨੂੰ ਤੰਗੀ ਦੇਵਾਂਗੇ। ਇਸ ਕਰਕੇ ਮੈਂ ਇਹੀ ਮਿਹਨਤ ਦੇ ਉੱਤੇ ਆਪਣਾ ਝੱਟ ਗੁਜ਼ਾਰਾ ਕਰਨਾ। ਨਹੀਂ, ਦੇਖਣ ਨੂੰ ਆਉਂਦਾ ਨਾ ਅਕਸਰ ਕਈ ਵਾਰੀ ਜਦੋਂ ਮੀਟਿੰਗ ਹੁੰਦੀ, ਹਾਊਸ ਦੀ ਮੀਟਿੰਗ ਹੁੰਦੀ ਜਾਂ ਕਿਸੇ ਵੀ ਸਰਕਾਰੀ ਦਰਬਾਰੇ ਜਾਣਾ ਹੋਏ ਤੇ ਕੌਂਸਲਰ ਜ਼ਿਆਦਾਤਰ ਸਾਈਕਲ ਉਹਦੇ ਤੇ ਆਉਂਦੇ, ਗੱਡੀਆਂ ਤੇ, ਸਕੂਟਰਾਂ ਦੇ, ਮੋਟਰਸਾਈਕਲਾਂ ਤੇ ਆਉਂਦੇ ਆ। ਪਰ ਤੁਹਾਡੀ ਲਾਗੇ ਜਦੋਂ ਸਾਈਕਲ ਜਾਂਦੀ ਹੈ ਸਰਕਾਰੀ, ਤੇ ਉਦੋਂ ਫਿਰ ਕਿੱਦਾਂ ਦਾ ਲੱਗਦਾ? ਉਦੋਂ ਦਿਲ ਨੂੰ ਹੁੰਦਾ ਨਹੀਂ ਕਿ ਯਾਰ ਮੈਂ ਵੀ ਕਿਤੇ ਗੱਡੀ ਗੁੱਡੀ ਤੇ ਆਂਦਾ ਜਾਂ ਮੋਪੜ ਲਵਾਂ ਕੋਈ? ਸਾਹਿਬ ਜੀ, ਇਹ ਸਾਈਕਲ ਮੇਅਰ ਸਾਹਿਬ ਨਾਲ ਵੀ ਮੀਟਿੰਗ ਹੋਵੇ ਤੇ ਉੱਥੇ ਵੀ ਸਾਈਕਲ ਜਾਂਦਾ। ਕਮੇਟੀ ਘਰ ਦੇ ਵਿੱਚ ਸਭ ਨੂੰ ਪਤਾ ਵੀ ਸਾਈਕਲ ਕੌਂਸਲਰ ਦਾ। ਦੂਜੀ ਗੱਲ ਇਹ ਹੈ ਕਿ ਸਾਈਕਲ ਜਿਹੜਾ ਵਾ ਇਹ ਕੋਈ ਮਾੜੀ ਚੀਜ਼ ਨਹੀਂ। ਵਿਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਉਹ ਸ਼ੌਂਕ ਨਾਲ ਹੀ ਭਾਵੇਂ ਕਰਦੇ ਨੇ, ਪਰ ਮੇਰੀ ਮਜਬੂਰੀ ਹੈ ਕਿ ਮੈਂ ਸਾਈਕਲ ਦੇ ਉੱਤੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਨਾ। ਇਹ ਜਦੋਂ ਮੇਅਰ ਸਾਹਿਬ ਦੀ ਚੋਣ ਹੋਈ ਹੈ, ਉੱਥੇ ਬੜੀ ਫੋਰਸ ਸੀ, ਤੁਸੀਂ ਦੇਖਿਓ ਉੱਥੇ ਮੌਜੂਦ ਸੀ, ਤੁਸੀਂ ਅੰਦਰ ਸੀ, ਮੈਂ ਸਭ ਥੋੜ੍ਹਾ ਬਾਅਦ 'ਚ ਆਇਆ ਸੀ। ਔਰ ਮੈਂ ਜਾ ਕੇ ਜਦੋਂ ASI ਤੋਂ ਉੱਪਰ ਸੀ ਸਾਰੇ ਅਫਸਰ, ਔਰ ਮੈਂ ਸਾਈਕਲ ਜਦੋਂ ਖੜਾ ਕੀਤਾ ਉੱਥੇ ਜਾ ਕੇ, ਤੇ ਉਹ ਕਹਿੰਦੇ ਬਾਪੂ ਉਹ ਕਿੱਧਰ ਆਈ ਜਾਂਦਾ ਯਾਰ, ਸਾਈਕਲ ਨੂੰ ਉੱਧਰ ਲਾ। ਮੈਂ ਕਿਹਾ ਸਾਹਿਬ ਜੀ ਮੈਨੂੰ SDM ਸਾਹਿਬ ਨੇ ਬੁਲਾਇਆ। ਉਹ ਬਾਪੂ ਉਹਨਾਂ ਨੇ ਕੌਂਸਲਰਾਂ ਨੂੰ ਬਣਾਇਆ, ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਸਰ ਮੈਨੂੰ ਵੀ ਲੋਕਾਂ ਨੇ ਵੋਟਾਂ ਪਾ ਕੇ ਕੌਂਸਲਰ ਬਣਾਤਾ। ਤੇ ਕਹਿੰਦੇ ਉਹ ਵਾਹ ਬਾਪੂ ਜੀ ਲਾਓ ਇੱਥੇ ਸਾਈਕਲ, ਅੰਦਰ ਚੱਲੋ, ਟਾਈਮ ਹੋ ਗਿਆ ਜੀ। ਇਹ ਸਾਈਕਲ ਦੀ ਟੌਰ ਨਹੀਂ ਹੈ, ਇਹ ਸੰਗਤ ਦੀ ਟੌਰ ਹੈ ਜਿਹਨੇ ਸਾਈਕਲ ਦੀ ਟੌਰ ਬਣਾਤੀ ਔਰ ਮੈਨੂੰ ਮੋਹਰ ਦੇ ਕੇ ਤੇ ਉੱਥੇ ਬਿਰਾਜਮਾਨ ਕੀਤਾ। ਸਾਨੂੰ ਇਹ ਵੀ ਪਤਾ ਲੱਗਾ ਸੀ ਕਿ ਉਹ ਝੋਲਾ ਜਿਹਾ ਟੰਗਿਆ ਹੁੰਦਾ, ਉਹਦੇ ਵਿੱਚ ਹੀ ਸਾਰਾ ਕੁਝ ਰੱਖਿਆ ਵਾ, ਵਿੱਚ ਹੀ ਉਹ ਜਿਹੜੀ ਸਟੈਂਪ ਪੈਡ ਆ, ਵਿੱਚ ਹੀ ਸਟੈਂਪ, ਸਾਰਾ ਕੁਝ ਜਿੱਥੇ ਦਿਲ ਕਰਦਾ ਉੱਥੇ ਹੀ ਖਲੋ ਕੇ ਲਓ ਜੀ, ਆ ਜਾਓ ਜੀ ਇੱਥੇ, ਮੈਂ ਇਸ ਟਾਈਮ ਇੱਥੇ, ਉੱਥੇ ਹੀ ਠਾਹ ਮੋਹਰ ਲਾ ਕੇ ਕੰਮ ਕਰਦੇ। ਹਾਂਜੀ ਹਾਂਜੀ, ਦੇਖੋ ਨਾ, ਸੰਗਤ ਨੇ ਆਪਣੇ ਕੰਮਾਂ ਲਈ ਮੈਨੂੰ ਚੁਣਿਆ, ਔਰ ਮੈਂ ਆਪਣੇ ਕੰਮਾਂ 'ਚ ਲੱਗਾ ਰਹਾਂ ਤੇ ਸੰਗਤ ਵੱਲ ਧਿਆਨ ਨਾ ਦੇਵਾਂ, ਉਹ ਗਲਤੀ ਮੇਰੀ ਹੋਏਗੀ। ਕਿਉਂਕਿ ਸੰਗਤ ਨੇ ਮੈਨੂੰ ਗਲਤੀਆਂ ਕਰਨ ਲਈ ਨਹੀਂ ਚੁਣਿਆ, ਮੈਨੂੰ ਚੁਣਿਆ ਕੰਮਾਂ ਲਈ, ਤੇ ਮੈਂ ਉਹਦੇ ਵਿੱਚ ਬਰਕਰਾਰ ਰਹਿਣਾ। ਸਾਈਕਲ 'ਤੇ ਘੁੰਮਦਿਆਂ ਨਾਲੇ ਵਾਰਡ 'ਚ ਆਉਂਦੀ, ਅਤੇ ਨਾਲੇ ਚਾਹ ਪਾਣੀ ਵੀ ਲੋਕਾਂ ਕੋਲ ਸਗੋਂ ਪੀ ਲਈ ਦੀ ਹੈ। ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੀ ਆਪ ਸੇਵਾ ਕਰੀ ਦੀ ਹੈ, ਅਤੇ ਜਿੱਥੇ ਚਾਹੀਦਾ ਉਹ ਸਾਡੀ ਸੇਵਾ ਕਰਦੇ ਆ, ਬੜਾ ਪਿਆਰ ਮਿਲਦਾ। ਧੰਨਵਾਦ ਹੈ। ਸਰਦੂਲ ਜੀ, ਹੁਣ ਤੁਸੀਂ ਗੱਡੀ ਲੈ ਕੇ ਜਾਂਦੇ ਹੋ ਬਾਹਰ ਨੂੰ ਕਿਤੇ? ਮੰਨ ਲਓ ਜਿੱਦਾਂ ਕੋਈ ਸਵਾਰੀ ਫੋਨ ਕਾਲ ਕਰ ਦਿੰਦੀ ਹੈ ਕਿ ਸਰਦੂਲ ਜੀ ਆ ਜਾਓ, ਜਿੱਦਾਂ ਪਹਿਲਾਂ ਕਰਦੇ ਸੀ, ਉੱਦਾਂ ਕਦੀ ਗਏ ਲੈ ਕੇ? ਨਹੀਂ ਸਰ ਜੀ, ਬਹੁਤ ਜ਼ਿਆਦਾ ਨਹੀਂ, ਪਰ ਅੱਜ ਵੀ ਮੇਰੇ ਪਿਆਰ ਵਾਲੇ ਇਹੋ ਜਿਹੇ ਹੈਗੇ ਨੇ ਕਿ ਜਿਹੜੇ ਉਦੋਂ ਵੀ ਬੜਾ ਪਿਆਰ ਕਰਦੇ ਸੀ ਔਰ ਅੱਜ ਵੀ ਕਰਦੇ ਨੇ। ਪਤਾ ਸਾਰਿਆਂ ਨੂੰ ਲੱਗਿਆ ਵੀ ਸਰਦੂਲ ਸਿੰਘ ਕੌਂਸਲਰ ਬਣ ਗਿਆ, ਪਰ ਕਈ ਇਸ ਗੱਲ ਤੋਂ ਨਹੀਂ ਕਰਦੇ। ਉਹਨਾਂ ਨੂੰ ਇਹ ਆ ਕਿ ਇਹ ਜੇ ਬਿਜੀ ਹੋ ਗਿਆ ਤੇ ਹੋ ਸਕਦਾ ਨਾ ਜਾਵੇ, ਤੇ ਜਿਨ੍ਹਾਂ ਨੂੰ ਜਿਹੜਾ ਵਾ ਬਹੁਤ ਪਿਆਰ ਕਰਦੇ ਸੀ ਨਾ, ਉਹਨਾਂ ਪਹਿਲਾਂ ਕਿਹਾ ਸੀ ਵੀ ਸਾਨੂੰ ਲੋੜ ਪਈ ਤੇ ਫਿਰ ਵੀ ਸੱਦਣਾ, ਅੱਜ ਵੀ ਸੱਦ ਲੈਂਦੇ ਨੇ। ਪਰ ਜਦੋਂ ਤੁਸੀਂ ਸਟੇਰਿੰਗ ਵਾਲੀ ਕੁਰਸੀ ਤੇ ਬਹਿ ਜਾਂਦੇ ਹੋ, ਸੀਟ ਤੇ ਬਹਿ ਜਾਂਦੇ ਹੋ, ਤੇ ਉਦੋਂ ਫਿਰ ਹੁੰਦਾ ਨਹੀਂ ਕਿ ਯਾਰ ਮੈਂ ਕਾਉਂਸਲਰ ਹਾਂ, ਹੁਣ ਤੇ ਮੈਂ ਛੱਡਾਂ, ਹੁਣ ਕਿਉਂ ਮੈਂ ਗੱਡੀ ਚਲਾਉਣ ਡਿਆ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਸਗੋਂ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਸੰਗਤ ਨੇ ਕਿਸੇ ਕਾਬਲ ਸਾਨੂੰ ਸਮਝਿਆ। ਪਰ ਮਿਹਨਤ ਕਰਨੀ ਤੇ ਜਤਿੰਦਰ ਸਰ ਕੋਈ ਮਾੜੀ ਚੀਜ਼ ਨਹੀਂ ਹੈ, ਮਿਹਨਤ ਕਰਨੀ ਚਾਹੀਦੀ ਹੈ। ਲੁੱਟ ਕੇ ਬੰਦਾ ਜਦੋਂ ਖਾਂਦਾ ਨਾ, ਤਾਂ ਉਹਦਾ ਹੌਸਲਾ ਹੋਰ ਬੁਲੰਦ ਹੋ ਜਾਂਦਾ, ਅਤੇ ਜਦੋਂ ਮਿਹਨਤ ਕਰਕੇ ਖਾਂਦਾ ਤਾਂ ਉਹ ਆਪਣੇ ਦਾਇਰੇ ਦੇ ਵਿੱਚ ਰਹਿੰਦਾ, ਔਰ ਮੈਂ ਦਾਇਰੇ 'ਚ ਰਹਿਣਾ ਚਾਹੁੰਦਾ। ਜੇ ਘਰ ਪੱਖੋਂ ਗੱਲ ਕੀਤੀ ਜਾਏ, ਬਾਥਰੂਮ ਦੀਆਂ ਛੱਤਾਂ ਵੀ ਵੇਖੀਆਂ ਤੁਹਾਡੀਆਂ ਕਿ ਬਿਲਕੁਲ ਮਤਲਬ ਟੀਨਾਂ ਪਾਈਆਂ, ਉਹਦੇ 'ਤੇ ਜਿਹੜੀਆਂ ਸੀਮੈਂਟ ਵਾਲੀਆਂ ਹੁੰਦੀਆਂ ਚਾਦਰਾਂ, ਘਰ ਦੀਆਂ ਛੱਤਾਂ ਬਾਲਿਆਂ ਵਾਲੀਆਂ ਵਾ। ਤੇ ਫਿਰ ਤੁਸੀਂ ਆਪਣੀ ਗ੍ਰਾਂਟ ਕੋਈ ਭਰੇ ਫਾਰਮ ਫੁਰਮ ਪਹਿਲਾਂ MC ਤੋਂ ਪਹਿਲਾਂ? ਭਰੇ ਨੇ, ਸਾਡੇ ਇਹਨਾਂ ਦੇ ਬੇਟੇ ਬਾਹਰ ਗਏ ਨੇ, ਉਹਨਾਂ ਨੇ ਸੱਦ ਕੇ ਭਰੇ ਸੀ, ਉਹ ਦੇਖਦੇ ਆ ਜੇ ਬਾਕੀ ਇਹਨੂੰ ਆਉਂਦੀ ਹੈ ਗ੍ਰਾਂਟ ਤੇ ਸਾਨੂੰ ਵੀ ਆਏਗੀ। ਪਰ ਜੇ ਤੁਸੀਂ ਹੁਣ ਗ੍ਰਾਂਟ ਲੈ ਲਈ ਤੇ ਹੁਣ ਮੁੱਦਾ ਬਣ ਜਾਣਾ ਤੁਹਾਡਾ ਕਿ ਸਰਦੂਲ ਸਿੰਘ ਕੌਂਸਲਰ ਨੂੰ ਤੁਸੀਂ ਕੱਚੇ ਕੋਠਿਆਂ ਦੀ ਗ੍ਰਾਂਟ ਦੇ ਦਿੱਤੀ। ਨਹੀਂ,
ਮੇਰੀ ਜਿਹੜੀ ਫਾਈਲ ਹੈ ਉਹ ਪਹਿਲਾਂ ਦੀ ਗਈ ਹੈ। ਉਦੋਂ ਮੈਂ ਕੌਂਸਲਰ ਨਹੀਂ ਸੀ। ਦੂਜੀ ਗੱਲ ਹੈ ਵੀ ਜੇ ਕੌਂਸਲਰ ਦਾ ਘਰ ਕੱਚਾ ਹੈ ਤੇ ਗ੍ਰਾਂਟ ਉੱਥੇ ਮੇਰੀ ਮੌਜੂਦ ਹੈ ਤੇ ਉਹ ਫਿਰ ਪ੍ਰਧਾਨ ਮੰਤਰੀ ਨੂੰ ਥੋੜ੍ਹਾ ਦੇਣਗੇ, ਉਹ ਤਾਂ ਮੈਨੂੰ ਆਏਗੀ ਨਾ। ਕਿਸੇ ਨੂੰ ਮਗਰੋਂ ਆਉਂਦੀ ਹੈ, ਕਿਸੇ ਨੂੰ ਪਹਿਲਾਂ ਆਉਂਦੀ ਹੈ। ਉਹਦੇ ਵਿੱਚ ਵੀ ਮੇਰਾ ਕੋਈ ਰੋਲ ਨਹੀਂ। ਆਪੇ ਹੀ ਫਾਰਮ ਭਰ ਕੇ ਆਪੇ ਹੀ ਮੁੰਡਿਆਂ ਨੇ ਦਿੱਤੇ ਹੋਏ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਮੁੰਡਾ ਬਾਹਰ ਬੈਠਿਆ ਤੇ ਜਦੋਂ ਆਏਗੀ। ਧੰਨਵਾਦ। ਸਰਦੂਲ ਜੀ, ਜੇ ਪੜ੍ਹਾਈ ਪੱਖੋਂ ਗੱਲ ਕੀਤੀ ਜਾਏ, ਕਿੰਨੀਆਂ ਕੁ ਜਮਾਤਾਂ ਪੜ੍ਹੇ ਹੋ ਤੁਸੀਂ? ਘੱਟ ਪੜ੍ਹਾਈ ਮੇਰੀ, ਔਰ ਜਿੰਨੀ ਹੈਗੀ ਸੀ ਉਹ ਵੀ ਭੁੱਲਣਹਾਰ ਸੀ, ਕਿਉਂਕਿ ਘੱਟ ਤੋਂ ਘੱਟ 50 ਸਾਲ ਤੋਂ ਉੱਪਰ ਹੋ ਚੱਲੇ ਨੇ। 50 ਸਾਲ ਹੀ ਮੰਨ ਲਓ ਕਿਤਾਬਾਂ ਛੱਡੀਆਂ ਨੂੰ। ਪਰ ਹੁਣ ਮੈਂ ਜਦੋਂ ਤੱਕ ਕੌਂਸਲਰ ਬਣਿਆ ਫਿਰ ਸਮਝੋ ਵੀ ਕਾਰੀਗਰ ਬਣਨੇ, ਕਿਉਂਕਿ ਕਲਮ ਵੀ ਚੱਲਣ ਦਾ ਵੀ ਕੁਛ ਅੱਖਰਾਂ ਵੱਲ ਧਿਆਨ ਵੀ ਹੋਣ ਦਾ ਪਿਆ। ਹੁਣ ਕਹਿ ਰਹੇ ਸੀ ਮੈਨੂੰ ਟੀਮ ਦੇ ਬੰਦੇ, ਕਹਿੰਦੇ ਵੀ ਅਖਬਾਰ ਜ਼ਰੂਰ ਲਵਾਓ ਤੇ ਉਹਨੂੰ ਪੜ੍ਹਿਆ ਕਰੋ। ਉਹ ਹੁਣ ਠੀਕ ਹੁੰਦਾ ਜਾਂਦਾ। ਯਾਨੀ ਕਿ ਲੈਟਰ ਮਾੜੀ ਮੋਟੀ ਪੜ੍ਹ ਲੈਂਦੀ ਹੋ? ਪੜ੍ਹਨਾ ਹਾਂਜੀ ਪੜ੍ਹ ਲਈ। ਜਿਸ ਤਰ੍ਹਾਂ ਹੁਣ ਤੁਹਾਡੇ ਹੱਥ 'ਚ ਮੈਂ ਵੇਖਿਆ ਵਾ, ਤੁਸੀਂ ਪੜ੍ਹੇ ਹੈ ਨਹੀਂ, ਪਰ ਫੋਨ ਤੁਸੀਂ ਇੱਕ ਵਾਰੀ ਮੈਂ ਫੋਨ ਦੀਆਂ ਫੋਟੋਆਂ ਸਾਂਝੀਆਂ ਕਰਨਾ ਦਰਸ਼ਕਾਂ ਨਾਲ। ਸਰਦੂਲ ਉਹਨਾਂ ਨੇ ਕਿਹਾ ਮੈਂ ਜਮਾਤਾਂ ਦੇ ਘੱਟ ਪੜ੍ਹਿਆ, ਪਰ ਫੋਨ ਉਹਨਾਂ ਨੇ ਵੱਡਾ ਰੱਖਿਆ ਵਾ, ਐਂਡਰੋਇਡ ਫੋਨ ਰੱਖਿਆ ਵਾ, 4 ਕੈਮਰੇ ਨੇ। 4 ਕੈਮਰੇ ਵਾਲਾ ਤਾਂ ਸਰਦੂਲ ਜੀ ਮੇਰੇ ਕੋਲ ਵੀ ਨਹੀਂ ਹੈਗਾ ਫੋਨ, ਤੇ ਤੁਸੀਂ 4 ਕੈਮਰੇ ਵਾਲਾ ਰੱਖਿਆ। ਸਾਹਿਬ ਜੀ, ਇਹ ਜਦੋਂ ਮੋਬਾਈਲ ਲੈਣ ਦੀ ਲੋੜ ਪਈ ਸੀ ਨਾ, ਤੇ ਮੈਂ ਲੈਣਾ ਤਾਂ ਛੋਟਾ ਹੀ ਚਾਹੁੰਦਾ ਸੀ, ਕਿਉਂਕਿ ਮਾਇਆ ਇੰਨੀ ਗੁੰਜਾਇਸ਼ ਨਹੀਂ ਹੈ। ਉਹ ਮੁੰਡਿਆਂ ਨੇ, ਛੋਟੇ ਮੁੰਡਿਆਂ ਨੇ ਵੀ ਇਹ ਕਿਹਾ ਵੀ ਹੁਣ ਲੈਣ ਲੱਗੇ ਤੋਂ ਵੱਡਾ ਲਓ। ਫਿਰ ਮੇਰੇ ਕੋਲ ਗੁੰਜਾਇਸ਼ ਨਹੀਂ ਸੀ ਤੇ ਇਹ ਕਿਸ਼ਤਾਂ 'ਤੇ ਲਿਆ ਜੀ। ਇਹਦੀ ਕੀ ਲੋੜ ਪਈ ਤੁਹਾਨੂੰ ਇਹੋ ਹੀ ਫੋਨ ਲੈਣ ਦੀ? ਸਰ ਇਹਦੀ ਲੋੜ ਆ ਵੀ ਅੱਜ ਕੱਲ੍ਹ ਇਲੈਕਟ੍ਰੋਨਿਕ ਸਿਸਟਮ ਹੈ, ਔਰ ਗਲੀ ਦੀ ਫੋਟੋ ਖਿੱਚਣੀ ਪਏਗੀ, ਜੀਆਂ ਦੀ ਫੋਟੋ ਖਿੱਚਣੀ ਪਏਗੀ। ਮੈਂ ਕਿਸੇ ਕੋਲ ਮੋਬਾਈਲ ਮੰਗ ਕੇ ਤੇ ਉਹਨਾਂ ਦੇ ਫੋਟੋ ਖਿੱਚਾਂਗਾ, ਅਗਲਾ ਗਲਤ ਪਾ ਦੇਵੇ, ਉਹ ਮੇਰੇ ਮੋਬਾਈਲ ਦੇ ਵਿੱਚ ਹੋਏਗੀ। ਮੈਂ ਰੀਜਨਲ ਤੌਰ 'ਤੇ ਇਹਨੂੰ ਯੂਜ ਕਰਾਂਗਾ, ਇਹਦਾ ਜ਼ਰੂਰੀ ਸੀ। ਹੁਣ ਤੰਗੀ ਤਾਂ ਨਹੀਂ ਹੁੰਦੀ ਹੈ ਚਲਾਉਣ ਨੂੰ? ਜਿੱਦਾਂ ਹੁਣ ਪੜ੍ਹਾਈ ਪੱਖੋਂ ਤੇ ਤੁਸੀਂ ਚਲੋ ਕਮਜ਼ੋਰ ਰਿਆਜ਼ ਕਰਦੇ ਪਏ ਹੋ, ਤਿਆਰੀ ਪੜ੍ਹਨ ਦੀ ਕਰ ਰਹੇ ਹੋ ਨਾਲ ਨਾਲ, ਪਰ ਇਹਨੂੰ ਚਲਾਉਣ ਲੱਗੇ ਕਿਤੇ ਮੁਸ਼ਕਿਲ ਨਹੀਂ ਆਉਂਦੀ? ਕਿਉਂਕਿ ਇੰਟਰਨੈਟ ਦਾ ਯੁੱਗ ਆ, ਬਟਨ ਨੱਪਿਆ ਕਿਤੇ ਦਾ ਕਿਤੇ ਕੁਝ ਹੋ ਜਾਂਦਾ ਵਾ, ਤੇ ਤੁਹਾਨੂੰ ਮੁਸ਼ਕਿਲ ਨਹੀਂ ਆਉਂਦੀ? ਨਹੀਂ, ਪਹਿਲਾਂ ਛੋਟਾ ਮੋਬਾਈਲ ਰੱਖਿਆ ਸੀ ਨਾ, ਤੇ ਉਹ ਮੈਨੂੰ ਸਿਖਾਲਾ ਲੱਗਦਾ ਸੀ। ਇਹ ਹੁਣ ਜਿਹੜਾ ਵਾ ਜਦੋਂ ਦਾ ਲਿਆ ਵਾ, ਪਹਿਲਾਂ ਤਾਂ ਕਾਫੀ ਪ੍ਰੋਬਲਮ ਆਈ ਸੀ ਥੋੜ੍ਹੀ ਦੇਰ, ਤੇ ਇੱਕ ਸਿਮ ਮੈਂ ਦੂਜੇ ਮੋਬਾਈਲ ਛੋਟੇ 'ਚ ਪਾ ਛੱਡਦਾ ਸੀ। ਹੁਣ ਮੁੰਡਿਆਂ ਨੇ 10-200 ਦਿੱਤਾ ਤਾਂ ਹੁਣ ਵਧੀਆ ਹੋ ਰਿਹਾ, ਚੱਲੀ ਜਾਂਦਾ। ਘਰ ਦੇ ਲਾਗੇ ਬੈਠੇ ਨੇ, ਠੀਕ ਹੈ, ਘਰ ਦੇ ਕਦੀ ਇਸ ਚੀਜ਼ ਨੂੰ ਨਹੀਂ ਉਹਨਾਂ ਨੇ ਜਤਲਾਇਆ ਕਿ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ, ਇਲੈਕਸ਼ਨ ਜਿੱਤਣ ਤੋਂ ਬਾਅਦ, ਕਿ ਲਗਾਤਾਰ ਇੰਨਾ ਲੰਬਾ ਸਫ਼ਰ ਰਿਹਾ ਤੁਹਾਡਾ, ਉਸ ਸਫ਼ਰ ਦੇ ਦੌਰਾਨ ਕਦੀ ਝੜਪ ਹੋਈ ਹੋਏ ਘਰਦਿਆਂ ਨਾਲ ਕਿ ਕੀ ਤੁਸੀਂ ਇਹ ਰਾਜਨੀਤੀ 'ਚੋਂ ਲੈਣਾ ਵਾ, ਰਮਾਨ ਨਾਲ ਆਪਣਾ ਕੰਮ ਕਰੋ, ਆਪਣਾ ਟੱਬਰ ਪਾਲੋ? ਝੜਪ ਨਹੀਂ, ਝੜਫਾਂ ਹੁੰਦੀਆਂ ਰਹੀਆਂ। ਝੜਪ ਤੇ ਛੋਟੀ ਜੀ ਚੀਜ਼ ਹੁੰਦੀ ਹੈ। ਤੇ ਉਹਦੇ ਦੌਰਾਨ ਇਹੀ ਕਿ ਜਿਹੜੇ ਨਾ ਜਿੰਨੇ ਵੀ ਲੀਡਰ ਬਣਦੇ, ਜਿੰਨੇ ਸਰਪੰਚ ਬਣਦੇ, ਜਿੰਨੇ ਵੀ ਕੌਂਸਲਰ ਬਣਦੇ, MC ਬਣਦੇ, ਉਹ ਲੁੱਟ ਖੋਹ ਵਾਲਾ ਹੁੰਦਾ ਨਾ ਕੰਮ, ਉਹ ਛੇਤੀ ਨੇ ਆਪਣਾ ਰੰਗ ਵਿਖਾਲਣ ਡਿਆ ਪੈਂਦੇ। ਔਰ ਮੇਰਾ ਇਹਨਾਂ ਨੂੰ ਪਹਿਲਾਂ ਪਤਾ ਕਿ ਮੈਂ ਜਦੋਂ ਹਾਲਾਤ ਇੱਕ ਵਾਰੀ ਬਹੁਤ ਮਾੜੇ ਹੋ ਗਏ ਸੀ ਤੇ ਘਰੇ ਖਿੱਚਾ ਖਜਾਈ ਹੋਈ, ਤੇ ਮੈਂ ਕਿਹਾ ਵੀ ਦੇਖੋ, ਤੁਹਾਨੂੰ ਖੁਦ ਨੂੰ ਪਤਾ ਹੈ ਕਿ ਮੈਂ ਬੈਂਕ ਲੁੱਟ ਕੇ ਨਹੀਂ ਲਿਆਉਣਾ, ਜਿੰਨੀ ਮੈਨੂੰ ਦਿਹਾੜੀ, ਜਿੰਨਾ ਮੈਨੂੰ ਕੰਮ ਮਿਲੇਗਾ ਉਹਦੇ 'ਚ ਗੁਜ਼ਾਰਾ ਕਰਨਾ ਸੀ। ਫਿਰ ਇਹਨਾਂ ਨੂੰ ਮੇਰੇ ਸੁਭਾਅ ਦਾ ਪਤਾ ਲੱਗ ਗਿਆ, ਉਹ ਤਾਂ ਠੀਕ ਚੱਲਦਾ ਰਿਹਾ। ਡਿਮਾਂਡ ਵੀ ਨਹੀਂ ਇਹਨਾਂ ਨੇ ਕਦੀ ਕੀਤੀ, ਐਵੇਂ ਮੈਂ ਆਖਾਂ ਜਿਹੜੇ ਹਾਲਾਤਾਂ 'ਚ ਅਸੀਂ ਹੈਗੇ ਹਾਂ, ਲੋਕਾਂ ਵਰਗਾ ਨਹੀਂ ਸਾਹਿਬ। ਤੇ ਘਰ 'ਚ ਭਾਂਡੇ ਹੋਣ ਤੇ ਖੜਕਦੇ ਹੀ ਨੇ। ਔਰ ਇੱਕ ਭਾਂਡੇ ਖੜਕਦੇ ਆ ਜਵਾਨੀ ਵੇਲੇ, ਬੁਢਾਪੇ 'ਚ ਜਦੋਂ 60 ਸਾਲ ਤੇ ਆ ਜਾਈਏ ਉਦੋਂ ਭਾਂਡੇ ਖੜਕਦੇ ਵੀ ਚੰਗੇ ਨਹੀਂ ਲੱਗਦੇ, ਉਹ ਫਿਰ ਕਿਤੇ ਨਾ ਕਿਤੇ ਯੁੱਧ, ਮਹਾਯੁੱਧ ਬਣ ਜਾਂਦਾ। ਨਹੀਂ, ਇਹ ਜਿਹੜੀ ਸਾਰੀ ਹੀ ਇਹ ਸੋਚ ਹੀ ਗਲਤ ਆ। ਜਿਹੜੀ ਜਵਾਨੀ ਹੁੰਦੀ ਹੈ ਨਾ, ਉਹਦਾ ਦਾਇਰਾ ਬਹੁਤ ਹੋਰ ਤਰ੍ਹਾਂ ਦਾ ਹੁੰਦਾ ਹੈ। ਅਸਲ ਪਿਆਰ ਦਾ ਨਜ਼ਾਰਾ ਬੁਢਾਪੇ 'ਚ ਹੁੰਦਾ, ਜਦੋਂ ਇੱਕ ਦੂਜੇ ਦੀ ਲੋੜ ਹੁੰਦੀ ਹੈ। ਔਰ ਉਹ ਬਹੁਤ ਵਧੀਆ ਚੱਲ ਰਿਹਾ, ਸੰਯੋਗ ਮਿਲਦਾ ਪੂਰਾ ਰੱਬ ਦੀ। ਬਿਲਕੁਲ ਜੀ। ਗੱਲ ਕਰਦੇ ਆ ਮਾਤਾ ਨਾਲ। ਮਾਤਾ ਜੀ, ਕਿੰਨੀ ਕੁ ਵਾਰੀ ਝੜਪ ਹੋਈ? ਉਹ ਕਹਿੰਦੇ ਝੜਪ ਇੱਕ ਨਹੀਂ ਹੋਈ, ਝੜਪਾਂ ਹੋਈਆਂ। ਨਹੀਂ, ਥੋੜੀ ਕਿਤੇ ਹੋ ਜਾਂਦੀ ਹੈ, ਜ਼ਿਆਦਾ ਨਹੀਂ। ਨਹੀਂ, ਉਹ ਕਹਿੰਦੇ ਬੜੀਆਂ ਹੋਈਆਂ ਵਾ। ਮੈਂ ਅੱਗੇ ਪੁੱਛਿਆ, ਮੈਂ ਥੋੜੀ ਹੋਈ, ਕਹਿੰਦੇ ਨੇ ਬਹੁਤ ਜ਼ਿਆਦਾ ਹੋਈਆਂ। ਤੁਸੀਂ ਫਿਰ ਝੂਠ ਬੋਲੀ ਜਾਂਦੇ ਲਾਗੇ। ਨਹੀਂ, ਝੂਠ ਨਹੀਂ।
ਠੀਕ ਬੋਲਦੇ ਹਾਂਜੀ। ਕਿੱਦਾਂ ਦਾ ਹੁਣ ਅੱਜ ਲੱਗ ਰਿਹਾ ਵਾ? ਅੱਜ ਤੁਸੀਂ ਪਹਿਲਾਂ ਰਾਜਨੀਤੀ 'ਚ ਆਉਣ ਤੋਂ ਮਨਾ ਕਰਦੇ ਸੀ, ਅੱਜ ਜੇ ਰਾਜਨੀਤੀ 'ਚ ਆ ਕੇ ਕੋਈ ਮੁਕਾਮ ਹਾਸਲ ਕੀਤਾ, ਵਾਰਡ ਦਾ ਨੁਮਾਇੰਦਾ ਹੀ ਚੁਣੇ ਗਏ ਨੇ, ਕਾਉਂਸਲਰ ਬਣ ਗਏ ਨੇ, ਤੇ ਅੱਜ ਕਿੱਦਾਂ ਦਾ ਮਹਿਸੂਸ ਹੁੰਦਾ? ਠੀਕ ਹੈ, ਚੰਗਾ ਲੱਗ ਰਿਹਾ। ਹਾਂ ਠੀਕ ਹੈ। ਬਿਲਕੁਲ ਜੀ, ਸਰਦੂਲ ਹੋਣਾ ਦੇ ਉਸਤਾਦ ਜੀ ਨੇ ਡਰਾਈਵਰੀ ਦੇ ਵਿੱਚ, ਡਰਾਈਵਰੀ ਲਾਈਨ 'ਚ ਉਸਤਾਦ ਜੀ ਨੇ, ਉਹ ਵੀ ਪਹੁੰਚੇ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਸਤਾਦ ਜੀ ਨਾਲ ਕਿ ਕਿੱਦਾਂ ਦੇ ਗੁਰ ਦਿੱਤੇ ਇਹਨਾਂ ਨੂੰ, ਤੁਸੀਂ ਅੱਜ ਕਾਉਂਸਲਰ ਬਣਾ ਦਿੱਤਾ। ਬਾਬੇ ਨਾਨਕ ਨੇ ਕਿਰਪਾ ਕੀਤੀ ਹੈ ਜੀ, ਇਮਾਨਦਾਰੀ ਨਾਲ ਵਧੀਆ ਨੌਕਰੀ ਕੀਤੀ ਹੈ, ਇਮਾਨਦਾਰੀ ਨਾਲ ਇਹਨੇ ਆਪਣਾ ਪਰਿਵਾਰ ਪਾਲਿਆ, ਚੰਗਾ ਰੋਟੀ ਖਾਣ ਡਿਆ, ਪ੍ਰਮਾਤਮਾ ਰੋਟੀ ਦੇਈ ਜਾਏ, ਬਸ ਇਹ। ਸੁਭਾਅ ਕਿੱਦਾਂ ਦਾ ਰਿਹਾ ਸਰਦੂਲ ਹੋਣਾ ਦਾ, ਜਿਨ੍ਹਾਂ ਦੇ ਵਾਰਡ ਨੇ, ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਕਾਉਂਸਲਰ ਦੀ ਕੁਰਸੀ ਤੇ ਬਿਠਾਇਆ? ਪਹਿਲੇ ਦਿਨੋਂ ਵੀ ਇਮਾਨਦਾਰ ਸੀ। ਅਸੀਂ ਇਹ ਜ਼ੋਰ ਲਾਉਂਦੇ ਹਾਂ ਭਈ ਇਹਨੂੰ ਬਣਾ ਦਈਏ। ਇਹਦੇ ਦੋ ਵਾਅਦੇ ਨੇ, ਨਾ ਇਹਨੇ ਖਾਣਿਆ ਤੇ ਨਾ ਕਿਸੇ ਨੂੰ ਖਾਣ ਹੀ ਦੇਣਾ, ਭਈ ਨਾ ਇਹਨੇ ਲੁੱਟਮਾਰ ਕਰਨੀ ਹੈ, ਨਾ ਕਿਸੇ ਨੂੰ ਲੁੱਟਮਾਰ ਕਰਨ ਦੇਣੀ ਹੈ। ਇਸੇ ਜ਼ੋਰ ਲਾ ਕੇ ਤੇ ਅਸੀਂ ਇਹਨੂੰ MC ਬਣਾਇਆ। ਕਿਉਂਕਿ ਜੇ ਗੱਲ ਕੀਤੀ ਜਾਏ, ਬੜੇ ਰਸੂਖ ਨੇ ਗਲੀ ਦੇ ਵਿੱਚ, ਬੜੇ ਬੜੇ ਸ਼ਾਹੂਕਾਰ ਵੀ ਰਹਿੰਦੇ ਨੇ ਜਿਹੜੇ ਪੈਸੇ ਪੱਖੋਂ ਵੀ ਚੰਗੇ ਨੇ, ਪਰ ਫਿਰ ਵੀ ਮਹੱਲੇ ਵਾਲਿਆਂ ਨੇ ਇਸ ਸਰਦੂਲ ਸਿੰਘ ਦੇ ਡਰਾਈਵਰ ਦੇ ਉੱਤੇ ਹੀ ਇੱਕ ਸਹਿਮਤੀ ਜਤਾਈ। ਮੇਨ ਗੱਲ ਉਹ ਇੱਕੋ ਹੀ ਹੈ, ਪਹੁੰਚੋ ਭਈ ਇਮਾਨਦਾਰ, ਭਈ ਇਹਨੇ ਖਾਣਾ ਕੱਖ ਨਹੀਂ, ਕਿਸੇ ਨੂੰ ਖਵਾਉਣਾ ਕੱਖ ਨਹੀਂ, ਜੋ ਮੂੰਹ 'ਚ ਆਇਆ ਇਹਨੇ ਸਹੀ ਗੱਲ ਕਹਿ ਦੇਣੀ, ਚਾਹੇ ਮਾੜਾ ਚਾਹੇ ਚੰਗਾ। ਬਾਕੀ ਇੱਥੇ ਸਾਡੀ ਜਿਹੜੀ ਆਪੋਜੀਸ਼ਨ ਖੜੀ ਸੀ, ਉਹਨਾਂ ਰੁਪਈਏ ਵੀ ਚੰਗੇ ਦਿੱਤੇ ਨੇ, ਜ਼ੋਰ ਵੀ ਲਾਇਆ। ਇਹਨੂੰ ਇਹੋ ਦੁੱਕੀ ਦਾ ਬੰਦਾ ਨਹੀਂ, ਇਹਨੂੰ ਮੋਹਰ ਲਾਉਣ ਦੀ ਜਾਂਚ ਨਹੀਂ। ਅੱਜ ਵੀ ਕਹਿੰਦੇ ਨੇ ਇਹ ਘਰੋਂ ਜਾਂਦੇ ਤੇ ਮੋਹਰਾਂ ਪੁੱਠੀਆਂ ਲਾਉਂਦੇ ਆ ਜੀ, ਪੁੱਠੀ ਲਾਏ ਸਿੱਧੀ ਲਾਏ ਮੋਹਰ ਤੇ ਮੋਹਰ ਹੀ ਹੈ, ਪੁੱਠੀ ਲਾ ਦੇ ਤਾਂ ਵੀ ਮੋਹਰ ਹੈ, ਸਿੱਧੀ ਲਾ ਦੇ ਤਾਂ ਵੀ ਮੋਹਰ ਹੈ। ਅੱਜ ਵੀ ਲੋਕ ਗੱਲਾਂ ਕਰਦੇ ਨੇ, ਇਹਨੂੰ ਜਿਹੜੇ ਆਪੋਜੀਸ਼ਨ ਹੈ ਕਰਦੇ ਨੇ, ਇਹਨੂੰ ਟਗੇ ਦੀ ਅਕਲ ਨਹੀਂ, ਇਹ ਹੈ ਉਹ ਹੈ ਤੇ ਹੈ। ਬਾਬੇ ਨਾਨਕ ਨੇ ਕਿਰਪਾ ਕੀਤੀ, 5 ਸਾਲ ਤੇ ਤਨਖਾਹ ਲਏਗਾ ਇਮਾਨਦਾਰੀ ਦੀ। ਆਉਣ ਵਾਲੇ ਅੱਗੇ ਵੀ 5 ਸਾਲ ਜਿਹੜੇ ਉਮੀਦ ਦੇ ਵੀ ਮਾਲਕ ਕਿਰਪਾ ਕਰੇ ਤੇ MC ਬਣੇ। ਬਿਲਕੁਲ ਜੀ, ਹਜੇ ਸਫ਼ਰ ਸ਼ੁਰੂ ਹੋਇਆ ਵਾ ਸਰਦੂਲ ਹੋਣਾ ਦਾ, ਪਰ ਇਲਾਕੇ ਦੇ ਲੋਕਾਂ ਨੇ ਇੱਕ ਸਹਿਮਤੀ ਜ਼ਰੂਰ ਜਤਾਤੀ ਹੈ ਕਿ 5 ਸਾਲ ਤਾਂ ਪੱਕਾ ਵਾ, ਪਰ ਇਸ ਤੋਂ ਅਗਲੇ ਜਿਹੜੇ ਸਾਲ ਆਣੇ ਨੇ ਇਹਦੇ, ਉਹ ਵੀ ਪੱਕਿਆਂ ਦੇ ਹੋਣਗੇ। ਇਹ ਸਰਦੂਲ ਦੀ ਸਾਈਕਲ ਆ, ਇੱਕ ਵਾਰੀ ਝਾਤ ਮਰਵਾ ਦਈਏ, ਜਿਸ ਨੂੰ ਉਹਨਾਂ ਨੇ ਆਉਂਦਿਆਂ ਕਿਹਾ ਮੇਰੀ ਸਰਕਾਰੀ ਸਾਈਕਲ ਆ, ਕਿਉਂਕਿ ਜਿਸ ਦਿਨ ਉਹ ਚੁਣੇ ਗਏ ਨੇ MC, ਉਸ ਦਿਨ ਤੋਂ ਇਹ ਸਾਈਕਲ ਵੀ ਉਹਨਾਂ ਦੀ ਸਰਕਾਰੀ ਹੋ ਗਈ ਹੈ। ਸਰਕਾਰੀ ਦਰਬਾਰੇ ਜਾਂਦੇ ਨੇ ਇਸੇ ਸਾਈਕਲ ਦੇ, ਇਸੇ ਸਾਈਕਲ ਨੂੰ ਭਜਾਉਂਦੇ ਨੇ। ਜਦੋਂ ਕਿਸੇ ਜਾਣਾ ਹੁੰਦਾ, ਕਿਸੇ ਦਾ ਕੰਮ ਕਰਨ ਕਿਤੇ ਸਰਕਾਰੀ ਦਰਬਾਰੇ, ਇਸੇ ਸਾਈਕਲ ਨੂੰ ਭਜਾ ਕੇ ਜਾਂਦੇ ਨੇ। ਉਸ ਕਮਰੇ ਦੀਆਂ ਤਸਵੀਰਾਂ ਦਿਖਾ ਦਈਏ ਸਰਦੂਲ ਦੇ ਦੀਆਂ, ਜਿਸ ਕਮਰੇ ਦੇ ਵਿੱਚ ਉਹ ਰਹਿੰਦਾ ਵਾ। ਛੱਤ ਦੀਆਂ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਬਾਲੇ ਨੇ, ਕਿਸ ਤਰ੍ਹਾਂ ਮੁੜ ਗਏ ਨੇ, ਮਤਲਬ ਡਿੱਗਣ ਵਾਲੇ ਨੇ, ਪਰ ਫਿਰ ਵੀ ਰਹਿੰਦੇ ਨੇ। ਕਿਉਂ ਰਹਿੰਦੇ ਨੇ? ਕਿਉਂਕਿ ਉਹਨਾਂ ਨੇ ਦੱਸਿਆ ਸੀ ਆਉਣ ਤੋਂ ਪਹਿਲਾਂ ਹੀ ਕਿ ਮੈਂ ਕੋਈ ਠੱਗੀ ਨਹੀਂ ਕਰਦਾ ਅਤੇ ਨਾ ਹੀ ਮੈਂ ਕਰਨ ਦੇਣੀ ਕਿਸੇ ਨੂੰ, ਜਿੰਨੀ ਦੇਰ ਮੈਂ ਰਹੂੰਗਾ ਨਾ ਕਰਨੀ ਹੈ ਨਾ ਕਰਨ ਦੇਣੀ ਹੈ। ਪਰ ਜਿਸ ਦੇ ਹਾਲਾਤਾਂ ਦੇ ਵਿੱਚ ਹੈਗੇ ਨੇ, ਉਹਨਾਂ ਹਾਲਾਤਾਂ 'ਚ ਹੀ ਸਰਦੂਲ ਹੋਣੀ ਖੁਸ਼ ਨੇ ਅਤੇ ਲੋਕਾਂ ਨੂੰ ਸੇਧ ਦਿੰਦੇ ਨੇ, ਆਮ ਜਨਤਾ ਨੂੰ ਵੀ ਸੇਧ ਦੇ ਰਹੇ ਨੇ ਇਹਨਾਂ ਦੇ ਵਿਚਾਰ ਸਰਦੂਲ ਹੋਣਾ ਦੇ, ਕਿ ਸਾਨੂੰ ਅਜਿਹੇ ਵਿਚਾਰ ਹੀ ਅਪਣਾਉਣੇ ਚਾਹੀਦੇ ਨੇ। ਅਜਿਹੇ ਜਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਵਾ, ਉਹਨਾਂ ਗੱਲਾਂ ਦੇ ਉੱਤੇ ਵੀ ਸਾਨੂੰ ਅਮਲ ਕਰਨਾ ਚਾਹੀਦਾ ਵਾ, ਤਾਂ ਜੋ ਸਾਨੂੰ ਵੀ ਆਪਣਾ ਜਿਹੜਾ ਪੁਰਾਣਾ ਵਕਤ ਆ, ਜਦੋਂ ਅਸੀਂ ਕੋਈ ਚੰਗਾ ਮੁਕਾਮ ਹਾਸਲ ਕਰ ਲੈਂਦੇ ਹਾਂ, ਚੰਗੇ ਇੱਕ ਸਥਾਨ 'ਤੇ ਪਹੁੰਚ ਜਾਂਦੇ ਹਾਂ, ਤੇ ਸਾਨੂੰ ਆਪਣਾ ਪੁਰਾਣਾ ਵੇਲਾ ਨਹੀਂ ਭੁੱਲਣਾ ਚਾਹੀਦਾ। ਉਸ ਪੁਰਾਣੇ ਵੇਲੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਜੇਕਰ ਅਸੀਂ ਉਹ ਪੁਰਾਣੇ ਵੇਲੇ ਨੂੰ ਯਾਦ ਰੱਖਾਂਗੇ ਤਾਂ ਅਸੀਂ ਗਰੀਬ ਦੀ ਬਾਂਹ ਜ਼ਰੂਰ ਫੜਾਂਗੇ। ਸੁਰਿੰਦਰ ਬੇਦੀ ਨਾਲ ਜਤਿੰਦਰ ਕੁੰਨੜੀ, ਗੁਰਦਾਸਪੁਰ।